ਇਨਵੈਸਟਮੈਂਟ ਦੇ ਦੋ ਬੇਸਿਕ ਕਨਸੈਪਟ ਹੁੰਦੇ ਹਨ। ਪਹਿਲਾ ਇਹ ਰਿਸਕ ਤੇ ਦੂਜਾ ਰਿਟਰਨ। ਰਿਸਕ ਦਾ ਮਤਲਬ ਜੋ ਤੁਸੀਂ ਪੈਸਾ ਇਨਵੈਸਟ ਕਰ ਦੁਨੀਆ ਦੇ ਸਭ ਤੋਂ ਵੱਡੇ ਇਨਵੈਸਟਰ ਵਾਰਨ ਬਫੇ ਦਾ ਕਹਿਣਾ ਹੈ, ਜਦੋਂ ਤੱਕ ਤੁਸੀਂ ਕੋਈ ਅਜਿਹਾ ਤਰੀਕਾ ਨਹੀਂ ਲੱਭ ਲੈਂਦੇ ਜੋ ਸੁੱਤੇ ਹੋਏ ਵੀ ਤੁਹਾਡੇ ਲਈ ਪੈਸਾ ਬਣਾਉਂਦਾ ਰਹੇ, ਤਾਂ ਮਰਦੇ ਦਮ ਤੱਕ ਤੁਸੀਂ ਸਿਰਫ ਪੈਸਾ ਕਮਾਉਂਦੇ ਹੀ ਰਹਿ ਜਾਵੋਗੇ। ਅੱਜ ਦੇ ਟਾਈਮ ਜੋ ਵੀ ਅਸੀਂ ਚੀਜ਼ਾਂ ਖਰੀਦਦੇ ਹਾਂ, ਉਹੀ ਚੀਜ਼ਾਂ 10-12 ਸਾਲ ਪਹਿਲਾਂ ਖਰੀਦਦੇ ਹੁੰਦੇ ਸੀ ਤਾਂ ਸਾਨੂੰ ਉਹੀ ਚੀਜ਼ਾਂ ਅੱਜ ਦੇ ਮੁਕਾਬਲੇ ਲਗਭਗ ਅੱਧੇ ਮੁੱਲ ਵਿੱਚ ਮਿਲ ਜਾਂਦੀਆਂ ਸੀ। ਕੀ ਤੁਸੀਂ ਕਦੇ ਇਹ ਨੋਟਿਸ ਕੀਤਾ ਵੀ ਇਸ ਤਰ੍ਹਾਂ ਕਿਉਂ ਹੋਇਆ? ਚਲੋ ਮੈਂ ਹੀ ਦੱਸਦਾ ਹਾਂ। ਇਸ ਨੂੰ ਇਨਫਲੇਸ਼ਨ ਇਫੈਕਟ ਕਿਹਾ ਜਾਂਦਾ ਹੈ। ਇਨਫਲੇਸ਼ਨ ਇਫੈਕਟ ਦੀ ਵਜ੍ਹਾ ਨਾਲ ਹੀ ਗੁੱਡਸ ਅਤੇ ਸਰਵਿਸ ਦੇ ਰੇਟ ਇਨਕਰੀਜ਼ ਹੁੰਦੇ ਹਨ ਅਤੇ ਰੇਟ ਇਨਕਰੀਜ਼ ਹੋਣ ਦੀ ਵਜ੍ਹਾ ਨਾਲ ਸਾਡੀ ਪਰਚੇਜ਼ਿੰਗ ਵੈਲਿਊ ਘੱਟ ਹੋ ਜਾਂਦੀ ਹੈ, ਜਿਸ ਨਾਲ ਸਾਡੇ ਪੈਸਿਆਂ ਦੀ ਵੈਲਿਊ ਪਹਿਲਾਂ ਦੇ ਮੁਕਾਬਲੇ ਘੱਟ ਹੋ ਜਾਂਦੀ ਹੈ। ਤੇ ਇਹੀ ਇੱਕ ਕਾਰਨ ਹੈ ਵੀ ਸਾਡੇ ਖੁਦ ਦੇ ਬਚਪਨ ਵਿੱਚ 5 ਰੁਪਏ ਦੀ ਵੈਲਿਊ ਬਹੁਤ ਜ਼ਿਆਦਾ ਸੀ ਤੇ ਉਹੀ 5 ਰੁਪਏ ਅੱਜ ਸਾਨੂੰ ਬਹੁਤ ਘੱਟ ਲੱਗਦੇ ਹਨ। ਹੁਣ ਸਵਾਲ ਇਹ ਆਉਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਇਸ ਇਨਫਲੇਸ਼ਨ ਇਫੈਕਟ ਤੋਂ ਬਚ ਸਕਦੇ ਹਾਂ। ਤਾਂ ਸਿਰਫ ਇੱਕ ਹੀ ਤਰੀਕਾ ਹੈ ਜਿਸ ਨਾਲ ਅਸੀਂ ਇਸ ਪ੍ਰੋਬਲਮ ਤੋਂ ਬਚ ਸਕਦੇ ਹਾਂ। ਉਹ ਤਰੀਕਾ ਹੈ ਦੋਸਤੋ, ਆਪਣਾ ਪੈਸਾ ਇਨਵੈਸਟ ਕਰਨਾ। ਜਦੋਂ ਵੀ ਇਨਵੈਸਟ ਕਰਨ ਦੀ ਗੱਲ ਆਉਂਦੀ ਹੈ ਤਾਂ ਲੋਕ ਇਸ ਤੋਂ ਪਹਿਲਾਂ ਹੀ ਘਬਰਾ ਜਾਂਦੇ ਹਨ। ਉਹਨਾਂ ਨੂੰ ਇਹ ਡਰ ਰਹਿੰਦਾ ਹੈ ਕਿ ਉਹਨਾਂ ਦਾ ਪੈਸਾ ਡੁੱਬ ਨਾ ਜਾਵੇ, ਜੋ ਕਿ ਕਿਸੇ ਵੀ ਇਨਸਾਨ ਦੇ ਮਾਈਂਡ ਵਿੱਚ ਆਉਣਾ ਇੱਕ ਨਾਰਮਲ ਗੱਲ ਹੈ। ਲੇਕਿਨ ਮੈਜੋਰਿਟੀ ਆਫ ਪੀਪਲਸ ਦੀ ਇਹੀ ਹੁੰਦੀ ਹੈ ਕਿ ਉਹਨਾਂ ਨੂੰ ਇਹੀ ਸਹੀ ਤਰੀਕੇ ਨਾਲ ਨਹੀਂ ਪਤਾ ਹੁੰਦਾ ਕਿ ਉਹਨਾਂ ਨੇ ਆਪਣਾ ਪੈਸਾ ਕਿੱਥੇ ਇਨਵੈਸਟ ਕਰਨਾ ਹੈ। ਤੇ ਇਸੇ ਲਈ ਮੈਂ ਤੁਹਾਨੂੰ ਅੱਜ ਅਜਿਹੇ ਤਰੀਕੇ ਦੱਸਣ ਜਾ ਰਿਹਾ ਹਾਂ ਜਿੱਥੇ ਤੁਸੀਂ ਆਪਣਾ ਪੈਸਾ ਇਨਵੈਸਟ ਕਰਕੇ ਹਾਈ ਪ੍ਰੋਫਿਟ ਅਰਨ ਕਰ ਸਕਦੇ ਹੋ। ਲੇਕਿਨ ਸਭ ਤੋਂ ਪਹਿਲਾਂ ਕੁਝ ਬੇਸਿਕ ਚੀਜ਼ਾਂ ਹਨ ਜਿਨ੍ਹਾਂ ਬਾਰੇ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ। ਇਨਵੈਸਟਮੈਂਟ ਦੇ ਦੋ ਬੇਸਿਕ ਕਨਸੈਪਟ ਹੁੰਦੇ ਹਨ। ਪਹਿਲਾ ਇਹ ਰਿਸਕ ਤੇ ਦੂਜਾ ਰਿਟਰਨ। ਰਿਸਕ ਦਾ ਮਤਲਬ ਜੋ ਤੁਸੀਂ ਪੈਸਾ ਇਨਵੈਸਟ ਕਰ ਰਹੇ ਹੋ ਉਸ ਦੇ ਚਾਂਸਸ ਹੁੰਦੇ ਹਨ ਕਿ ਉਹ ਡੁੱਬ ਵੀ ਸਕਦੇ ਹਨ। ਲੇਕਿਨ ਇਹ ਸਭ ਉਸੇ ਵੇਲੇ ਹੁੰਦਾ ਹੈ ਜਦੋਂ ਅਸੀਂ ਬਿਨਾਂ ਸੋਚੇ ਸਮਝੇ ਆਪਣਾ ਪੈਸਾ ਕਿਤੇ ਵੀ ਇਨਵੈਸਟ ਕਰ ਦਿੰਦੇ ਹਾਂ। ਰਿਟਰਨਸ ਦਾ ਮਤਲਬ ਤੁਹਾਡੀ ਉੱਪਰ ਦੀ ਕਮਾਈ, ਜੋ ਕਿ ਤੁਹਾਡੇ ਇਨਵੈਸਟ ਕੀਤੇ ਹੋਏ ਪੈਸਿਆਂ ਦੇ ਨਾਲ-ਨਾਲ ਤੁਹਾਨੂੰ ਮਿਲਦੀ ਹੈ। ਹੁਣ ਇਹ ਰਿਟਰਨ ਕਿੰਨੀ ਵੀ ਹੋ ਸਕਦੀ ਹੈ, 10%, 20% ਜਾਂ 50% ਜਾਂ ਇਹ ਤੋਂ ਦੁੱਗਣੀ ਵੀ। ਇਹ ਡਿਪੈਂਡ ਕਰਦਾ ਹੈ ਵੀ ਤੁਸੀਂ ਆਪਣਾ ਪੈਸਾ ਕਿੱਥੇ ਇਨਵੈਸਟ ਕੀਤਾ ਹੈ। ਬੇਸਿਕ ਕਨਸੈਪਟ ਨੰਬਰ 2, ਇਨਵੈਸਟਮੈਂਟ। ਇਨਵੈਸਟਮੈਂਟ ਬੇਸਿਕਲੀ 3 ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਹੈ ਹਾਈ ਰਿਸਕ ਐਂਡ ਹਾਈ ਰਿਟਰਨ ਦੀ ਇਨਵੈਸਟਮੈਂਟ, ਦੂਜੀ ਹੈ ਲੋ ਰਿਸਕ ਤੇ ਲੋ ਰਿਟਰਨ ਦੀ ਇਨਵੈਸਟਮੈਂਟ ਅਤੇ ਤੀਜੀ ਹੈ ਮੀਡੀਅਮ ਰਿਸਕ ਐਂਡ ਮੀਡੀਅਮ ਰਿਟਰਨ ਦੀ ਇਨਵੈਸਟਮੈਂਟ। ਅਗਰ ਤੁਸੀਂ ਹਾਈ ਰਿਸਕ ਲੈਂਦੇ ਹੋ ਤਾਂ ਰਿਟਰਨ ਵੀ ਤੁਹਾਨੂੰ 2 ਤੋਂ 4 ਗੁਣਾ ਮਿਲਦੀ ਹੈ। ਲੋ ਰਿਸਕ ਅਗਰ ਤੁਸੀਂ ਲੈਂਦੇ ਹੋ ਤਾਂ ਰਿਟਰਨ ਵੀ ਥੋੜੀ ਘੱਟ ਹੁੰਦੀ ਹੈ ਪਰ ਰਿਟਰਨ ਮਿਲਦੀ ਜ਼ਰੂਰ ਹੈ, ਅਤੇ ਮੀਡੀਅਮ ਰਿਸਕ ਤੇ ਤੁਹਾਨੂੰ ਰਿਟਰਨ ਵੀ ਮੀਡੀਅਮ ਹੀ ਮਿਲਦੀ ਹੈ। ਤਾਂ ਹੁਣ ਅਸੀਂ ਚੱਲ ਕੇ ਦੇਖਦੇ ਹਾਂ ਕਿ ਕਿੱਥੇ ਅਸੀਂ ਆਪਣਾ ਪੈਸਾ ਇਨਵੈਸਟ ਕਰ ਸਕਦੇ ਹਾਂ। ਤਾਂ ਨੰਬਰ 1 ਤੇ ਆਉਂਦਾ ਹੈ ਦੋਸਤੋ FD। FD ਦਾ ਮਤਲਬ ਫਿਕਸਡ ਡਿਪੋਜ਼ਿਟ। ਤਾਂ ਇਹ 100% ਸੇਫ ਤਰੀਕਾ ਹੁੰਦਾ ਹੈ ਜਿੱਥੇ ਤੁਹਾਡਾ ਪੈਸਾ ਲੌਸਿਸ ਹੋਣ ਦੇ ਚਾਂਸਸ ਆਲਮੋਸਟ 0% ਹੁੰਦੇ ਹਨ। ਲੇਕਿਨ ਇਹ ਤਰੀਕਾ ਲੋ ਰਿਸਕ ਤੇ ਲੋ ਰਿਟਰਨ ਦੀ ਇਨਵੈਸਟਮੈਂਟ ਹੈ ਜਿੱਥੇ ਤੁਹਾਨੂੰ ਤੁਹਾਡੀ ਇਨਵੈਸਟਮੈਂਟ ਦੇ 5 ਤੋਂ 10% ਰਿਟਰਨ ਮਿਲਦੀ ਹੈ। ਸੈਕਿੰਡ ਹੈ ਗੋਲਡ। ਗੋਲਡ ਦੀ ਕੀਮਤ ਆਉਂਦੇ ਦਿਨ ਵੱਧਦੀ ਘਟਦੀ ਰਹਿੰਦੀ ਹੈ। ਅਗਰ ਤੁਸੀਂ ਆਪਣਾ ਪੈਸਾ ਗੋਲਡ ਵਿੱਚ ਇਨਵੈਸਟ ਕਰਦੇ ਹੋ ਤਾਂ ਆਉਣ ਵਾਲੇ ਦਿਨਾਂ ਵਿੱਚ ਜਦੋਂ ਵੀ ਗੋਲਡ ਦੀ ਕੀਮਤ ਵਧੇਗੀ ਤਾਂ ਤੁਸੀਂ ਉਸ ਨੂੰ ਇੱਕ ਬਹੁਤ ਵਧੀਆ ਪ੍ਰੋਫਿਟ ਤੇ ਸੈਲ ਕਰ ਸਕਦੇ ਹੋ। ਤਾਂ ਇਹ ਇੱਕ ਮੀਡੀਅਮ ਰਿਸਕ ਅਤੇ ਮੀਡੀਅਮ ਰਿਟਰਨ ਦੀ ਇਨਵੈਸਟਮੈਂਟ ਹੈ। ਇੱਥੇ ਰਿਸਕ ਬੇਸਿਕਲੀ 2 ਤਰੀਕੇ ਨਾਲ ਹੋ ਸਕਦਾ ਹੈ। ਅਗਰ ਤੁਹਾਨੂੰ ਚੰਗੀ ਤਰ੍ਹਾਂ ਗੋਲਡ ਦੀ ਪਰਖ ਨਹੀਂ ਹੈ ਤਾਂ ਤੁਹਾਨੂੰ ਕੋਈ ਵੀ ਅਸਲੀ ਦੀ ਜਗ੍ਹਾ ਨਕਲੀ ਸੋਨਾ ਵੇਚ ਸਕਦਾ ਹੈ। ਦੂਜਾ ਰਿਸਕ, ਤੁਸੀਂ ਆਪਣੇ ਗੋਲਡ ਨੂੰ ਇਸ ਤਰ੍ਹਾਂ ਦੀ ਜਗ੍ਹਾ ਤੇ ਸੇਵ ਕਰਕੇ ਰੱਖਣਾ ਹੁੰਦਾ ਹੈ ਜਿੱਥੇ ਉਹ ਕਦੇ ਵੀ ਚੋਰੀ ਨਾ ਹੋ ਸਕੇ। ਅਗਲਾ ਤਰੀਕਾ ਹੈ ਰੀਅਲ ਏਸਟੇਟ। ਇਹ ਇਨਵੈਸਟਮੈਂਟ ਗੋਲਡ ਦੀ ਤਰ੍ਹਾਂ ਕਾਫੀ ਸਿਮਿਲਰ ਹੁੰਦੀ ਹੈ ਤੇ ਇਸ ਵਿੱਚ ਤੁਹਾਨੂੰ ਇੱਕ ਪ੍ਰੋਪਰਟੀ ਖਰੀਦਣੀ ਹੁੰਦੀ ਹੈ ਤੇ ਆਉਣ ਵਾਲੇ ਟਾਈਮ ਵਿੱਚ ਜਦੋਂ ਪ੍ਰੋਪਰਟੀ ਦੇ ਰੇਟ ਇਨਕਰੀਜ਼ ਹੋ ਜਾਂਦੇ ਹਨ ਤਾਂ ਤੁਸੀਂ ਚੰਗੇ ਭਲੇ ਪ੍ਰੋਫਿਟ ਵਿੱਚ ਉਸ ਨੂੰ ਸੈਲ ਕਰ ਸਕਦੇ ਹੋ। ਪਰ ਇਹ ਇੱਕ ਲੌਂਗ ਟਰਮ ਇਨਵੈਸਟਮੈਂਟ ਹੈ ਜਿਸ ਵਿੱਚ ਰਿਟਰਨ ਤੇ ਰਿਸਕ ਦੋਵੇਂ ਹਾਈ ਹੁੰਦੇ ਹਨ। ਇਹ ਤੁਹਾਨੂੰ ਐਟ ਏ ਟਾਈਮ ਪੈਸਿਆਂ ਦੀ ਲੋੜ ਪੈ ਜਾਵੇ ਅਤੇ ਤਾਂ ਪ੍ਰੋਪਰਟੀ ਦੇ ਰੇਟ ਬਹੁਤ ਡਾਊਨ ਚੱਲ ਰਹੇ ਹੋਣ ਤਾਂ ਉਸ ਵੇਲੇ ਤੁਹਾਨੂੰ ਭਾਰੀ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ। ਬਟ ਜੇ ਤੁਸੀਂ ਸਬਰ ਨਾਲ ਚੱਲਦੇ ਹੋ ਤਾਂ ਇੱਕ ਟਾਈਮ ਤੇ ਆ ਕੇ ਤੁਸੀਂ ਦੁੱਗਣਾ ਪ੍ਰੋਫਿਟ ਵੀ ਰੀਅਲ ਏਸਟੇਟ ਤੋਂ ਕਮਾ ਸਕਦੇ ਹੋ।
फोर्थ पॉइंट है स्टॉक मार्केट। इस नूं बहुत सिंपल तरीके नाल तुहानूं समझावां तां इस विच बेसिकली रिलायंस, टाटा, फेसबुक ਅਤੇ कोका कोला वर्गी कंपनियां नूं तुसीं एक अमाउंट दिंदे हो जिस दे थ्रू ਉਹ ਆਪਣੀਆਂ ਕੰਪਨੀਆਂ ਨੂੰ ਰਨ ਕਰਦੇ ਹਨ। ਅਗਰ ਜੇ ਉਹ ਕੰਪਨੀਆਂ ਆਉਣ ਵਾਲੇ ਟਾਈਮ ਵਿੱਚ ਵਧੀਆ ਪਰਫਾਰਮ ਕਰਦੀਆਂ ਹਨ ਤਾਂ ਉਹਨਾਂ ਤੋਂ ਹੋਣ ਵਾਲਾ ਪ੍ਰੋਫਿਟ ਵੀ ਤੁਹਾਨੂੰ ਬਹੁਤ ਵਧੀਆ ਪ੍ਰੋਫਿਟ ਦੇ ਸਕਦਾ ਹੈ, ਤਾਂ ਉਹਨਾਂ ਤੋਂ ਵੀ ਬਹੁਤ ਵਧੀਆ ਪ੍ਰੋਫਿਟ ਹੁੰਦਾ ਹੈ। ਲੇਕਿਨ ਸਟਾਕ ਮਾਰਕੀਟ ਹਾਈ ਰਿਸਕ ਐਂਡ ਹਾਈ ਪ੍ਰੋਫਿਟ ਵਾਲੀ ਇਨਵੈਸਟਮੈਂਟ ਹੁੰਦੀ ਹੈ ਜਿਸ ਦੀ ਪੂਰੀ ਨੌਲੇਜ ਹੋਣ ਤੋਂ ਬਾਅਦ ਹੀ ਆਪਣਾ ਪੈਸਾ ਇਨਵੈਸਟ ਕਰਨਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਲੋਸ ਨਾ ਹੋਵੇ। ਅਤੇ ਲਾਸਟ ਵਿੱਚ ਮਿਊਚੁਅਲ ਫੰਡ ਉਹਨਾਂ ਲੋਕਾਂ ਲਈ ਬੈਸਟ ਆਪਸ਼ਨ ਹੈ ਜੋ ਸਟਾਕ ਮਾਰਕੀਟ ਵਿੱਚ ਆਪਣਾ ਜ਼ਿਆਦਾ ਟਾਈਮ ਨਹੀਂ ਦੇ ਸਕਦੇ। ਇਸ ਵਿੱਚ ਤੁਹਾਨੂੰ ਮਿਊਚੁਅਲ ਫੰਡ ਕੰਪਨੀਆਂ ਨੂੰ ਇੱਕ ਅਮਾਉਂਟ ਦੇਣਾ ਹੁੰਦਾ ਹੈ ਜਿਸ ਅਮਾਉਂਟ ਨੂੰ ਉਹ ਕਿਸੇ ਦੂਜੀ ਕੰਪਨੀ ਵਿੱਚ ਲਗਾਉਂਦੇ ਹਨ ਕਿਉਂਕਿ ਉਹ ਇਸ ਕੰਮ ਵਿੱਚ ਐਕਸਪਰਟ ਹੁੰਦੇ ਹਨ ਅਤੇ ਹਰ ਤਰੀਕੇ ਦੀ ਰਿਸਰਚ ਕਰਨ ਤੋਂ ਬਾਅਦ ਹੀ ਉਹ ਪੈਸਾ ਇਨਵੈਸਟ ਕਰਦੇ ਹਨ, ਜਿੱਥੇ ਤੁਹਾਡਾ ਰਿਸਕ ਸਟਾਕ ਮਾਰਕੀਟ ਦੇ ਮੁਕਾਬਲੇ ਕਾਫੀ ਘੱਟ ਹੋ ਜਾਂਦਾ ਹੈ ਅਤੇ ਤੁਹਾਨੂੰ ਮਿਊਚੁਅਲ ਫੰਡ ਦੀ ਪੂਰੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਨਾਓ ਹੁਣ ਇਹ ਇਨਵੈਸਟਮੈਂਟ ਦੇ ਜਿੰਨੇ ਵੀ ਤਰੀਕੇ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸੇ ਹਨ ਸਾਰਿਆਂ ਨੂੰ ਅਸੀਂ ਆਉਣ ਵਾਲੀਆਂ ਵੀਡੀਓ ਵਿੱਚ ਡਿਟੇਲ ਵਿੱਚ ਐਕਸਪਲੇਨ ਕਰਾਂਗੇ ਕਿਉਂਕਿ ਮੇਰੀ ਹਮੇਸ਼ਾ ਤੋਂ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਚੀਜ਼ਾਂ ਨੂੰ ਜਿੰਨਾ ਆਸਾਨ ਹੋ ਸਕੇ, ਜਿੰਨਾ ਸਿੰਪਲ ਹੋ ਸਕੇ ਉਨਾ ਸਿੰਪਲ ਕਰਕੇ ਦੱਸਿਆ ਜਾਵੇ। ਵੀਡੀਓ ਨੂੰ ਲਾਈਕ ਕਰ ਦਿਓ। ਅਗਰ ਤੁਹਾਨੂੰ ਵੀਡੀਓ ਯੂਜ਼ਫੁਲ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਦਬਾ ਦਿਓ ਤਾਂ ਜੋ ਸਾਡੀਆਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ, ਤਾਂ ਜੋ ਤੁਹਾਡੇ ਤੋਂ ਕੋਈ ਵੀ ਵੀਡੀਓ ਮਿਸ ਨਾ ਹੋਵੇ। ਧੰਨਵਾਦ।